ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਕਰੀ ਵਖਿਆਣ ਸੁਖ ਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝਟੀਐ ਤੁਧ ਡਿਟੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਤੀਜਾ। ਏ ਮਨ ਹਰਿ ਜੀ ਧਿਆਏ ਤੂੰ ਇਕ ਮਨ ਇਕ ਚਿਤ ਭਾਏ ਹਰਿ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ। ਏ ਮਨ ਹਰਿ ਜੀ ਧਿਆਏ ਤੂੰ ਇਕ ਮਨ ਇਕ ਚਿਤ ਭਾਏ ਹਰਿ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ। ਹਉ ਹਰਿ ਕੈ ਸਦ ਬਲਿਹਾਰਣੈ ਜਿਤ ਸੇਵੈ ਸੁਖ ਪਾਏ। ਨਾਨਕ ਗੁਰਮੁਖ ਮਿਲ ਰਹੈ ਹਉ ਮੈਂ ਸ਼ਬਦ ਜਲਾਏ। ਮਹਲਾ ਤੀਜਾ। ਆਪੇ ਸੇਵਾ ਲਾਇਣ ਆਪੇ ਬਖਸ਼ ਕਰੇ ਸਭਨਾ ਕਾ ਮਾਂ ਪਿਓ ਆਪ ਹੈ ਆਪੇ ਸਹਾਰ ਕਰੇ। ਨਾਨਕ ਨਾਮ ਧਿਆਇਣ ਤਿਨ ਨਿਜ ਘਰ ਵਾਸ ਹੈ ਜੁਗ ਜੁਗ ਸ਼ੋਭਾ ਹੋਏ। ਪੌੜੀ ਤੂੰ ਕਰਨ ਕਾਰਨ ਸਮਰੱਥ ਹੈ ਕਰਤੇ ਮੈਂ ਤੁਝ ਬਿਨ ਅਵਰ ਨ ਕੋਈ। ਤੁਧ ਆਪੇ ਸ਼ਿਸ਼ਟ ਸਿਰਜਿਆ ਆਪੇ ਫੁਣ ਗੋਈ
ਸਭ ਇੱਕੋ ਸ਼ਬਦ ਵਰਤਦਾ, ਜੋ ਕਰੇ ਸੋ ਹੋਈ। ਵਡਿਆਈ ਗੁਰਮੁਖ ਦੇ ਪ੍ਰਭ, ਹਰ ਪਾਵੈ ਸੋਈ। ਗੁਰਮੁਖ ਨਾਨਕ ਆਰਾਧਿਆ, ਸਭ ਆਖੋ ਧੰਨ 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 ਗੁਰ ਸੋਈ। ਵਡਿਆਈ ਗੁਰਮੁਖ ਦੇ ਪ੍ਰਭ, ਹਰ ਪਾਵੈ ਸੋਈ। ਗੁਰਮੁਖ ਨਾਨਕ ਆਰਾਧਿਆ, ਸਭ ਆਖੋ ਧੰਨ 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 ਗੁਰ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜੂਰ ਜਾਹਰਾ ਜਹੂਰ ਸ਼ਬਦ ਗੁਰੂ, ਜੁਗੋਂ ਜੁਗ ਅਟਲ ਸਤਿਗੁਰੂ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ, ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਹੁਕਮ ਦੀ ਵਿਚਾਰ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ, ਰਸਨਾ ਨੂੰ ਕਰੋ ਪਵਿੱਤਰ। ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹਲਾ ਤੀਜਾ। ਏ ਮਨ ਹਰਿ ਜੀ ਧਿਆਏ ਤੂੰ, ਇਕ ਮਨ ਇਕ ਚਿਤ ਭਾਏ। ਇਹ ਪਾਵਨ ਬਚਨ ਚੌਥੇ ਪਾਤਸ਼ਾਹ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਸੋਰਠ ਦੀ ਵਾਰ ਦੇ ਵਿੱਚੋਂ ਪੌੜੀ ਨੰਬਰ 29 ਵਾਰ ਦੀ ਅਖੀਰਲੀ ਪੌੜੀ ਹੈ। ਔਰ ਇਸ ਪੌੜੀ ਦੇ ਨਾਲ ਦੋ ਸ਼ਲੋਕ ਨੇ ਜੋ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਨੇ। ਅੰਗ ਨੰਬਰ 653 ਅਤੇ 654 ਹੈ। ਪਹਿਲੇ ਸ਼ਲੋਕ ਦੇ ਅੰਦਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ। ਔਰ ਇਸ ਮਨ ਨੂੰ ਸੰਬੋਧਨ ਕਰਦੇ ਹੋਇਆ, ਮਨ ਨੂੰ ਸਮਝਾਉਂਦੇ ਹੋਏ ਗੁਰੂ ਸਾਹਿਬ ਨੇ ਪਾਵਨ ਬਚਨ ਕਹੇ। ਔਰ ਆਪਣੇ ਮਨ ਨੂੰ, ਜਿਹੜਾ ਪੜ੍ਹਨ ਵਾਲਾ ਹੈ, ਜਿਹੜਾ ਸੁਣਨ ਵਾਲਾ ਹੈ, ਹਰ ਕਿਸੇ ਦੇ ਲਈ ਇਹ ਆਪਣੇ ਮਨ ਨੂੰ ਸਮਝਾਉਣ ਵਾਸਤੇ ਹੈ। ਤੇ ਕੋ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਿਹੜੀ ਕਿਰਪਾ ਕੀਤੀ ਅੱਜ ਕਿ ਸਮਝਾ ਭਾਵੇਂ ਸਾਨੂੰ ਰਹੇ ਨੇ, ਪਰ ਅਸਲ ਵਿੱਚ ਆਪਣੇ ਹੀ ਮਨ ਨੂੰ ਸਮਝਾਉਂਦੇ ਨੇ। ਆਪ ਸੰਬੋਧਨ ਆਪਣੇ ਮਨ ਨੂੰ ਕਰਦੇ ਨੇ। ਭਾਈ ਸਿੱਖਾ ਬਾਣੀ ਨੂੰ ਪੜ੍ਹਨ ਵਾਲਿਆ, ਬਾਣੀ ਨੂੰ ਸੁਣਨ ਵਾਲੇ, ਇਹ ਬਾਣੀ ਤੇਰੇ ਆਪਣੇ ਮਨ ਦੇ ਲਈ ਹੈ। ਇਸ ਮਨ ਨੂੰ ਆਵਾਜ਼ ਮਾਰ ਕੇ ਸਮਝਾ ਕਿ ਇਹ ਮਨ ਹਰਿ ਜੀ ਧਿਆਏ ਤੂੰ। ਇਹ ਮਨਾ ਉਸ ਹਰੇ ਰੱਬ ਨੂੰ ਧਿਆਇਆ ਕਰ, ਉਸ ਪਰਮੇਸ਼ਰ ਨੂੰ ਹਰ ਵੇਲੇ ਧਿਆਨ ਦੇ ਵਿੱਚ ਰੱਖਿਆ ਕਰ। ਤੇ ਕਿਵੇਂ ਧਿਆਉਣਾ ਹੈ? ਕਹਿੰਦੇ ਇੱਕ ਮਨ ਇੱਕ ਚਿਤ ਭਾਏ। ਧਿਆਉਣਾ ਵੀ ਮਨ ਨੂੰ ਇਕਾਗਰ ਕਰਕੇ ਹੈ। ਮਨ ਇੱਕ ਹੋਵੇ, ਚਿੱਤ ਇੱਕ ਹੋਵੇ। ਤੇ ਉਦੋਂ ਜੇ ਕਿਤੇ ਗੁਰੂ ਰੱਬ ਪਰਮੇਸ਼ਰ ਉਹਦਾ ਨਾਮ ਮਨ ਦੇ ਵਿੱਚ ਟਿਕ ਜਾਏ
ਤੇ ਸਤਿਗੁਰੂ ਜੀ ਕਹਿੰਦੇ ਨੇ ਫਿਰ ਜਿਨ੍ਹੇ ਟਿਕਾ ਲਿਆ, ਜਿਨ੍ਹੇ ਉਸ ਨਾਮ ਨੂੰ ਮੰਨ ਲਿਆ, ਉਹਨਾਂ ਦੇ ਜੀਵਨ ਦੀ ਜਿਹੜੀ ਗਤੀ ਹੈ, ਉਹਨਾਂ ਦੇ ਜੀਵਨ ਦੀ ਜਿਹੜੀ ਅਵਸਥਾ ਹੈ, ਫਿਰ ਉਹ ਬਿਆਨ ਨਹੀਂ ਕੀਤੀ ਜਾ ਸਕਦੀ। ਜਿਹਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਮੰਨੇ ਕੇ ਗਤ ਕਹੀ ਨਾ ਜਾਏ। ਹੁਣ ਜਪਣਾ ਕਿਵੇਂ ਹੈ, ਧਿਆਉਣਾ ਕੁਛ ਹੋਰ ਹੈ। ਕਿਉਂਕਿ ਇਵੇਂ ਦੇ ਸਵਾਲ ਸਾਡੇ ਅੰਦਰ ਪੈਦਾ ਹੁੰਦੇ ਰਹਿੰਦੇ ਨੇ ਜਦੋਂ ਤੱਕ ਕਿਤੇ ਕੋਈ ਜਪਣ ਵਾਲੇ ਪਾਸੇ ਚੱਲੇ ਨਾ, ਜਦੋਂ ਕਿਤੇ ਗੁਰੂ ਦੀ ਕਿਰਪਾ ਨੂੰ ਉਹ ਆਪਣੇ ਅੰਦਰ ਫੜ ਕੇ ਵਸਾਵੇ ਨਾ, ਉਦੋਂ ਤੱਕ ਇਹ ਸਵਾਲ ਜਿਹੜੇ ਨੇ ਫਿਰ ਉੱਠਦੇ ਰਹਿੰਦੇ ਨੇ। ਭਾਵੇਂ ਇਹਨਾਂ ਸਵਾਲਾਂ ਦਾ ਜਵਾਬ ਗੁਰੂ ਸਾਹਿਬ ਨੇ ਦਿੱਤਾ, ਅਸੀਂ ਪੜ੍ਹਦੇ ਰੋਜ਼ ਹਾਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਚਨ ਸੂਤਰ ਦੀ ਬਾਣੀ ਵਿੱਚ ਰੋਜ਼ ਹੀ ਪੜ੍ਹਨੇ, ਕਿਵੇਂ ਜਪਣਾ ਹੈ, ਕਿਵੇਂ ਧਿਆਈਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਉਹਨੂੰ ਧਿਆ। ਮਨਾ ਜਿਹਨੂੰ ਧਿਆਉਣਾ ਹੈ ਨਾ, ਮਨ ਕਰਕੇ ਧਿਆ। ਕਿਉਂਕਿ ਧਿਆਉਣ ਦਾ ਮਤਲਬ ਆਪਣੇ ਅੰਦਰ ਹਰ ਵੇਲੇ ਆਰਾਧਨਾ, ਹਰ ਵੇਲੇ ਜਪਣਾ, ਹਰ ਵੇਲੇ ਚੇਤੇ ਦੇ ਵਿੱਚ ਰੱਖਣਾ। ਇੱਕ ਤੇ ਮਨ ਕਰਕੇ ਉਹਨੂੰ ਧਿਆਇਆ ਕਰ। ਦੂਸਰਾ ਪਾਵਨ ਬਚਨ ਕਿਹਾ ਕਿ ਰੱਬ ਨੇ, ਪਰਮੇਸ਼ਰ ਨੇ ਇਹ ਜੀਭ ਦਿੱਤੀ ਹੈ ਵੀ ਜੀਭ ਨਾਲ ਜਪ ਲਿਆ ਕਰ। ਜਪਣਾ ਇਸ ਕਰਕੇ ਕਿ ਧਿਆਉਣਾ ਆ ਜਾਏ। ਤੀਸਰਾ ਬਚਨ ਕਿਹਾ ਕਿ ਗੁਰੂ ਕੇ ਸਿੱਖਾ, ਤੇਰੇ ਵਾਸਤੇ ਤੀਸਰਾ ਕਰਮ ਇਹ ਹੈ ਕਿ ਕੰਨਾਂ ਨਾਲ ਗੁਰੂ ਦੀ ਬਾਣੀ ਨੂੰ, ਗੁਰੂ ਦੇ ਨਾਮ ਨੂੰ ਸੁਣ ਲਿਆ ਕਰ। ਔਰ 4 ਤਰੀਕੇ ਦੱਸਦੇ ਨੇ, ਮਨ ਕਰਕੇ ਜਪ, ਮਨ ਕਰਕੇ ਧਿਆ, ਜੀਭ ਕਰਕੇ ਉਹਨੂੰ ਜਪ। ਉਹ ਸਤਿਗੁਰੂ ਜੀ ਕਹਿੰਦੇ ਨੇ ਫਿਰ ਅੱਖਾਂ ਦੇ ਨਾਲ ਉਹਦੇ ਦਰਸ਼ਨ ਕਰ। ਇਹ 4 ਤਰੀਕੇ ਦੱਸੇ ਔਰ ਚਾਰੇ ਇਹ ਕਹਿ ਲਏ ਕਿ ਗੁਰੂ ਕੇ ਸਿੱਖ ਦੇ ਕਰਮ ਨੇ, ਇਹ ਗੁਰੂ ਕੇ ਸਿੱਖ ਨੇ ਕਰਨੇ ਨੇ। ਪੂਰੇ ਇਹਨਾਂ ਚਾਰਾਂ ਦੇ ਰਾਹੀਂ ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ। ਸਮਝਾਉਣਾ ਮਨ ਨੂੰ ਹੀ ਹੈ ਕਿ ਮੜਾ ਉਹਨੂੰ ਜਪ, ਕਿਸੇ ਵੀ ਤਰੀਕੇ ਨਾਲ ਜਪ, ਕਿਸੇ ਵੀ ਤਰੀਕੇ ਨਾਲ ਧਿਆ। ਔਰ ਸਤਿਗੁਰੂ ਜੀ ਦਾ ਪਾਵਨ ਬਚਨ ਹੈ, ਕਹਿੰਦੇ ਅੰਤਰ ਗੁਰ ਆਰਾਧਨਾ, ਅੰਦਰ ਮਨ ਕਰਕੇ ਆਰਾਧਨਾ। ਇੱਥੇ ਗੁਰੂ ਸਾਹਿਬ ਜੀ ਕਹਿੰਦੇ ਨੇ, ਇਹ ਮਨ ਹਰ ਜੀ ਧਿਆਏ ਤੂੰ। ਉੱਥੇ ਸ਼ਬਦ ਵਧਿਆ ਆਰਾਧ। ਇਹ ਮਨ ਹਰ ਜੀ ਧਿਆਏ ਤੂੰ। ਤੇ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਸਤਿਗੁਰ ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ। ਤੀਸਰਾ ਕਰਮ ਹੈ, ਕਹਿੰਦੇ ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉ। ਇਹ ਭਾਈ ਕਿਸੇ ਵੀ ਤਰੀਕੇ ਨਾਲ ਤੇਰੇ ਬਸ ਧਿਆਨ ਦੇ ਵਿੱਚ ਟਿਕ ਜੇ, ਰੱਬ ਆ ਕੇ ਵਸ ਜੇ। ਪਰ ਇਹ ਧਿਆ ਕੌਣ ਜਪ ਸਕਦਾ ਹੈ ਜੀ? ਰੋਜ਼ ਰੋਜ਼ ਕਿਹੜਾ ਜਪੇ? ਕੌਣ ਜਪ ਸਕਦਾ ਹੈ? ਸਤਿਗੁਰੂ ਦਾ ਇੱਕ ਪਾਵਨ ਬਚਨ ਆਮ ਤੌਰ ਤੇ ਪੜ੍ਹਿਆ ਜਾਂਦਾ ਹੈ। ਬੱਚੇ ਦਾ ਜਨਮ ਹੋਵੇ, ਕਿਸੇ ਬੱਚੇ ਦਾ ਵਿਆਹ ਹੋਵੇ, ਬੱਚੇ ਦਾ ਵਿਆਹ ਹੋਵੇ ਤੇ ਰਾਗੀ ਸਿੰਘ ਵੈਸੇ ਪੜ੍ਹ ਹੀ ਦਿੰਦੇ ਨੇ, ਜੇ ਨਾ ਪੜ੍ਹਨ ਤੇ ਫਿਰ ਸਿਫਾਰਿਸ਼ ਆਉਂਦੀ ਕਿ ਸ਼ਬਦ ਪੜ੍ਹੋ ਜੀ। ਲੱਖ ਖੁਸ਼ੀਆਂ ਪਾਤਸ਼ਾਹੀਆਂ, ਕਿਉਂਕਿ ਖੁਸ਼ੀ ਦਾ ਸਮਾਂ ਹੈ। ਪਰ ਉੱਥੇ ਗੁਰੂ ਸਾਹਿਬ ਨੇ ਖੁਸ਼ੀਆਂ ਕਿਹਨੂੰ ਕਿਹਾ ਹੈ ਜੀ? ਕਿਉਂਕਿ ਗੁਰੂ ਸਾਹਿਬ ਜੀ ਤੇ ਇੱਕ ਇੱਕ ਖੁਸ਼ੀ ਜਿਹੜੀ ਹੈ ਉਹ ਲੱਖਾਂ ਲੱਖਾਂ ਖੁਸ਼ੀ ਵਰਗੀ ਹੈ। ਔਰ ਸਤਿਗੁਰੂ ਜੀ ਨੇ ਜਿਹੜਾ ਉੱਥੇ ਪਾਵਨ ਬਚਨ 'ਚ ਸਾਨੂੰ ਸਮਝਾਇਆ ਨਾ, ਗੁਰੂ ਜੇ ਕਿਰਪਾ ਕਰੇ ਨਾ, ਉਹ ਲੱਖਾਂ ਖੁਸ਼ੀਆਂ ਬਖਸ਼ ਦਿੰਦਾ ਹੈ। ਉੱਥੇ ਸ਼ਬਦ ਇੱਕ ਵਿੱਚ ਜੇ ਹੈ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ। ਬਸ ਇਹ ਜੇ ਕਿਤੇ ਆ ਜਾਏ। ਹੁਣ ਜੇ ਕੀ ਹੈ ਜੀ? ਕਹਿੰਦੇ ਗੁਰੂ ਜਦੋਂ ਕਿਰਪਾ ਕਰੇ, ਨਜ਼ਰ ਕਰੇ, ਉਦੋਂ ਤੈਨੂੰ ਲੱਖਾਂ ਖੁਸ਼ੀਆਂ ਮਿਲ ਸਕਦੀਆਂ ਨੇ। ਇਹਦਾ ਮਤਲਬ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ। ਜੇ ਉਹਨੂੰ ਇੱਕ ਮਨ ਹੋ ਕੇ ਧਿਆਉਣਾ ਹੈ, ਜਪਣਾ, ਇਹ ਵੀ ਗੁਰੂ ਦੀ ਕਿਰਪਾ ਤੋਂ ਬਿਨਾਂ ਜਪਿਆ ਨਹੀਂ ਜਾਣਾ। ਉੱਥੇ ਬਚਨ ਕਹੇ, ਕਹਿੰਦੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ। ਉੱਥੇ ਨਜ਼ਰ ਦੇ ਅਰਥ ਕਿਰਪਾ ਹੈ। ਜੇ ਗੁਰੂ ਕਿਰਪਾ ਕਰੇ ਤੇ ਲੱਖਾਂ ਖੁਸ਼ੀਆਂ ਤੇਰੀ ਝੋਲੀ ਵਿੱਚ ਪੈ ਸਕਦੀਆਂ ਨੇ। ਗੁਰੂ ਦੀ ਤੇ ਇੱਕ ਇੱਕ ਖੁਸ਼ੀ ਜਿਹੜੀ ਉਹ ਲੱਖਾਂ ਖੁਸ਼ੀਆਂ ਵਰਗੀ ਹੈ। ਔਰ ਨਾਲ ਪਾਵਨ ਬਚਨ ਕਿਹਾ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ।
ਕਿ ਉਹ ਗੁਰੂ ਦੀ ਨਜ਼ਰ ਹੈ ਕੀ ਜੀ। ਕਹਿੰਦੇ ਨਿਮਖ ਏਕ ਹਰ ਨਾਮ ਦੇ, ਬਸ ਅਸਲ ਵਿੱਚ ਗੁਰੂ ਦੀ ਨਜ਼ਰ, ਗੁਰੂ ਦੀ ਕਿਰਪਾ ਇਹੀ ਹੈ ਕਿ ਉਹ ਜਿਹੜਾ ਧਿਆਉਣਾ ਹੈ, ਜਿਹਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ ਇਹ ਮਨਾ, ਉਹਨੂੰ ਅਰਾਧ, ਉਹਨੂੰ ਧਿਆ। ਉਹ ਨਾਮ ਵੀ ਤਾਂ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਨਾ ਮਿਲ ਸਕਦਾ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਖ ਏਕ ਹਰ ਨਾਮ ਦੇ, ਮੇਰਾ ਮਨ ਤਨ ਸ਼ੀਤਲ ਹੋਏ। ਅਸਲ ਵਿੱਚ ਗੁਰੂ ਦੀਆਂ ਖੁਸ਼ੀਆਂ ਇਹ ਨੇ, ਇੱਕ ਨਿਮਖ ਮਾਤਰ ਕਿਤੇ ਨਾਮ ਮਿਲ ਜੇ। ਔਰ ਉਹ ਹੀ ਨਾਮ ਹੈ ਜਿਹਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ ਕਿਣਕਾ ਏਕ ਜਿਹ ਜੀ ਬਸਾਵੈ। ਉਹ ਤੇ ਕਿਣਕੇ ਜਿਨਾ ਕਿਤੇ ਵਸ ਜੇ ਤੇ ਜਨਮ ਮਰਨ ਦੇ ਗੇੜ ਤੋਂ ਛੁੱਟ ਜਾਂਦਾ। ਹੁਣ ਗੁਰੂ ਸਾਹਿਬ ਜੀ ਕਹਿੰਦੇ ਨੇ ਧਿਆਉਣਾ ਉਹਨੂੰ ਹੈ, ਜਪਣਾ ਉਹਨੂੰ ਹੈ। ਪਰ ਫਿਰ ਉੱਥੇ ਸਵਾਲ ਹੈ ਕਿ ਕਿਵੇਂ ਜਪੀਏ, ਕੌਣ ਧਿਆਏ, ਕਿਹੜਾ ਜਪੇ। ਸਤਿਗੁਰੂ ਜੀ ਫਿਰ ਸਮਝਾਉਂਦੇ ਨੇ ਭਾਈ ਕਿਰਪਾ ਤੋਂ ਬਿਨਾਂ ਨਹੀਂ। ਔਰ ਕਈ ਵਾਰੀ ਅਸੀਂ ਵੇਖਦੇ ਹਾਂ ਜੀ, ਗੁਰੂ ਘਰ ਦੇ ਨਾਲ ਕੰਧ ਲੱਗਦੀ ਹੈ ਔਰ ਉਹਨਾਂ ਦੇ ਲੱਗਦੇ ਹੈ ਜਿਹੜੇ ਕਹਿੰਦੇ ਨੇ ਅਸੀਂ ਸਿੱਖ ਹਾਂ, ਗੁਰੂ ਨੂੰ ਮੰਨਣ ਵਾਲੇ ਹਾਂ। ਪਰ ਕਈ ਵਾਰੀ ਮਹੀਨਾ ਮਹੀਨਾ ਵੀ ਗੁਰੂ ਘਰ ਦੇ ਵਿੱਚ ਆ ਕੇ ਕਦੇ ਮੱਥਾ ਹੀ ਨਹੀਂ ਟੇਕਿਆ। ਮਹੀਨੇ ਬਾਅਦ ਵੀ ਕਦੇ ਸਮਾਂ ਲੱਗੇ ਤੇ ਆਏ, ਬਸ ਛੇਤੀ ਦੇ ਨਾਲ ਮੱਥਾ ਟੇਕਿਆ, ਕੜਾਹ ਪ੍ਰਸ਼ਾਦੀ ਦੇ ਕੀਤੀ ਕਰਾਈ ਤੇ ਭੱਜ ਲਏ। ਉੱਥੇ ਗੁਰੂ ਸਾਹਿਬ ਜੀ ਕਹਿੰਦੇ ਨੇ ਕਿਉਂਕਿ ਕਿਰਪਾ ਤੋਂ ਬਿਨਾਂ ਦਰਸ਼ਨ ਵੀ ਨਹੀਂ ਕੀਤੇ ਜਾ ਸਕਦੇ, ਕਿਰਪਾ ਤੋਂ ਬਿਨਾਂ ਧਿਆਇਆ ਵੀ ਨਹੀਂ ਜਾ ਸਕਦਾ। ਔਰ ਸਤਿਗੁਰੂ ਜੀ ਨੇ ਇੱਥੋਂ ਤੱਕ ਕਿਰਪਾ ਕੀਤੀ, ਕਿਰਪਾ ਤੋਂ ਬਿਨਾਂ ਨਾਮ ਤੇ ਕੀ। ਸੰਸਾਰਿਕ ਪਦਾਰਥ ਵੀ ਜਿਹੜੇ ਨੇ ਉਹਦੀ ਕਿਰਪਾ ਤੋਂ ਬਿਨਾਂ ਮਿਲਦੇ ਨਹੀਂ। ਦੇਖੋ ਕਿ ਛੋਟੀ ਜਿਹੀ ਗੱਲ ਹੈ, ਭਾਵੇਂ ਸਿਰਫ ਉਹ ਸਮਝਣ ਵਾਸਤੇ ਹੈ। ਕਹਿੰਦੇ ਇੱਕ ਪਾਰਵਤੀ ਇੱਕ ਵਾਰੀ ਸ਼ਿਵ ਜੀ ਨੂੰ ਕਹਿੰਦੇ ਕਿ ਇਹ 4 ਬੰਦੇ ਤੁਰੇ ਜਾਂਦੇ ਨੇ, ਬੜੇ ਗਰੀਬ ਨੇ ਘਰੋਂ, ਵੀ ਤੁਸੀਂ ਭਗਵਾਨ ਹੋ, ਤੁਹਾਡੇ ਘਰ ਕਿਹੜਾ ਘੱਟ ਹੈ, ਵੀ ਇਹਨਾਂ ਨੂੰ ਵੀ 4 ਛਿੱਲੜ ਦੇ ਦਿਓ, ਕੋਈ ਮਾਇਆ ਦੇ ਦਿਓ, ਧਨ ਦੇ ਦਿਓ, ਜ਼ਿੰਦਗੀ ਸੌਖੀ ਕੱਟ ਲੈਣਗੇ। ਔਰ ਅੱਗੋਂ ਸ਼ਿਵ ਜੀ ਕਹਿੰਦੇ ਨੇ ਪਾਰਵਤੀ ਕਿ ਮੈਂ ਕੁਝ ਨਹੀਂ ਕਰ ਸਕਦਾ, ਇਹਨਾਂ ਦੇ ਭਾਗਾਂ ਵਿੱਚ ਕੋਈ ਨਹੀਂ। ਔਰ ਇਸ ਆਖਿਆ ਆਪਾਂ ਕਈ ਵਾਰੀ ਸੁਣਨੇ, ਭਾਗਾਂ ਵਿੱਚ ਕੋਈ ਨਹੀਂ ਮਿਲੇਗਾ ਕਿੱਥੋਂ। ਉੱਥੇ ਭਾਵੇਂ ਬਥੇਰਾ ਸਮਝਾਇਆ ਕਿ ਜੇ ਇਹਨਾਂ ਦੇ ਭਾਗਾਂ ਦੇ ਵਿੱਚ ਨਹੀਂ, ਇਹਨਾਂ ਨੂੰ ਮਿਲ ਨਹੀਂ ਸਕਦਾ। ਵੈਸੇ ਤਾਂ ਮਨੌਤ ਕੁਝ ਉਹਨਾਂ ਦੀ ਇਹ ਹੈ ਕਿ ਸ਼ਿਵ ਜੀ ਸਿਰਫ ਮਾਰਨ ਵਾਲਾ ਹੈ, ਬ੍ਰਹਮਾ ਜੀ ਜਨਮ ਦੇਣ ਵਾਲਾ ਹੈ, ਵਿਸ਼ਨੂੰ ਜਿਹੜਾ ਉਹ ਸਾਰਿਆਂ ਨੂੰ ਰੋਜੀ ਰੋਟੀ ਦੇਣ ਵਾਲਾ ਹੈ। ਪਰ ਗੁਰਮਤਿ ਇਸ ਗੱਲ ਨੂੰ ਨਹੀਂ ਸਵੀਕਾਰਦੀ। ਗੁਰਮਤਿ ਇਹ ਗੱਲ ਕਹਿੰਦੀ ਹੈ ਕਿ ਸਭ ਕੁਝ ਕਰਨ ਵਾਲਾ ਤੇ ਸਭ ਕੁਝ ਕਰਾਉਣ ਵਾਲਾ ਇੱਕੋ ਹੀ ਹੈ। ਇਹ ਕਹਿ ਲਿਆ ਕਿ ਜਿਨ੍ਹਾਂ ਇਹਨਾਂ ਤਿੰਨਾਂ ਤਾਕਤਾਂ ਨੂੰ ਜਿਹਨੇ ਪੈਦਾ ਕੀਤਾ ਕੇਵਲ ਉਹ ਹੀ ਹੈ। ਔਰ ਸਤਿਗੁਰੂ ਦਾ ਪਾਵਨ ਬਚਨ ਆਪਾਂ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਵੀ ਰੋਜ਼ ਹਾਂ, ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ। ਉਹ ਸਭ ਕੁਝ ਕਰਾਉਂਦਾ ਉਸੇ ਤਰ੍ਹਾਂ ਜਿਵੇਂ ਉਹਨੂੰ ਪਾਉਂਦਾ ਹੈ। ਉੱਥੇ ਸ਼ਿਵ ਜੀ ਨੇ ਕਿਹਾ ਕਿ ਇਹਦੇ ਭਾਗਾਂ ਵਿੱਚ ਕੋਈ ਨਹੀਂ, ਮੈਂ ਕੁਝ ਨਹੀਂ ਕਰ ਸਕਦਾ। ਪਰ ਜਦੋਂ ਪਾਰਵਤੀ ਫਿਰ ਕਹਿੰਦੇ ਕਿ ਤੁਹਾਨੂੰ ਤਾਂ ਲੋਕ ਰੱਬ ਕਹਿੰਦੇ ਨੇ, ਭਗਵਾਨ ਕਹਿੰਦੇ ਨੇ, ਵੀ ਕਰ ਦਿਓ ਕੁਝ ਨਾ ਕੁਝ ਤਾਂ। ਹੁਣ ਕਹਿੰਦੇ ਸ਼ਿਵ ਜੀ ਨੇ ਪਾਰਵਤੀ ਦੀ ਗੱਲ ਮੰਨ ਲਈ ਕਿ ਚੱਲ ਵੇਖ ਲਈ, ਤੈਨੂੰ ਵੀ ਵਿਖਾ ਦਿਆਂ ਕਿ ਭਾਗਾਂ ਤੋਂ ਬਿਨਾਂ ਕੋਈ ਲੈ ਹੀ ਨਹੀਂ ਸਕਦਾ। ਕਹਿੰਦੇ ਜਦੋਂ ਚਾਰੇ ਲੰਘੇ ਤੇ ਸ਼ਿਵ ਜੀ ਨੇ ਇੱਕ ਭਰ ਕੇ ਥੈਲੀ ਮੋਹਰਾਂ ਦੀ ਸੋਨੇ ਦੀ ਉਹਨਾਂ ਦੇ ਅੱਗੇ ਸੁੱਟ ਦਿੱਤੀ। ਪਰ ਜਦੋਂ ਕਿਤੇ ਉਹ ਥੈਲੀ ਦੇ ਨੇੜੇ ਆਏ ਤੇ ਆਪਸ ਵਿੱਚ 4 ਜਣੇ ਸਨ ਤੇ ਗੱਲਾਂ ਬਾਤਾਂ ਕਰਦੇ ਕਰਦੇ ਇੱਕ ਨੇ ਕਹਿ ਦਿੱਤਾ ਵੀ ਜਿਹੜੇ ਲੋਕ ਜਿਨ੍ਹਾਂ ਨੂੰ ਅੱਖਾਂ ਤੋਂ ਦਿਸਦਾ ਕੋਈ ਨਹੀਂ, ਉਹਨਾਂ ਵਾਸਤੇ ਤਾਂ ਬੜਾ ਔਖਾ, ਕਿਵੇਂ ਤੁਰਦੇ ਕਿਵੇਂ ਹੋਣਗੇ, ਰਾਹ ਕਿਵੇਂ ਲੱਭਦਾ ਹੋਏਗਾ। ਔਰ ਬਾਕੀ ਨੇ ਕਿਹਾ ਕਿ ਥੋੜ੍ਹੀ ਦੇਰ ਅੱਖਾਂ ਬੰਦ ਕਰਕੇ ਵੇਖੋ ਆਪਣਾ। ਬਸ ਉਹ ਥੈਲੀ ਦੇ ਕੋਲੋਂ ਜਦੋਂ ਲੰਘਣਾ ਸੀ ਅੱਖਾਂ ਬੰਦ ਕਰ ਲਈਏ, ਲੰਘ ਗਏ। ਹੁਣ ਉਹ ਤੇ ਉੱਥੇ ਕੇਵਲ ਸਮਝਾਉਣ ਵਾਸਤੇ ਗੱਲ ਕਿ ਸ਼ਿਵ ਜੀ ਕਹਿੰਦੇ ਨੇ ਪਾਰਵਤੀ ਦੇਖ ਇਹਨਾਂ ਦੇ ਭਾਗਾਂ ਵਿੱਚ ਨਹੀਂ ਤੇ ਰੱਬ ਕਿੱਥੋਂ ਦੇ ਦੇ। ਉਹ ਸੰਸਾਰਿਕ ਪਦਾਰਥ ਨਹੀਂ ਮਿਲਦੇ ਤੇ ਨਾਮ ਜਪੀਏ ਕਿਵੇਂ, ਨਾਮ ਰੋਜ਼ ਰੋਜ਼ ਕਿਵੇਂ ਜਪੀਏ। ਜਪ ਕੌਣ ਸਕਦੇ ਨੇ? ਇਹ ਉਹੀ ਜਪ ਸਕਦੇ ਨੇ ਕਿ ਜਿਨ੍ਹਾਂ ਦੇ ਭਾਗਾਂ ਵਿੱਚ ਹੋਏ। ਔਰ ਗੁਰੂ ਸਾਹਿਬ ਨੇ ਕਿਹਾ ਵੀ ਇਹ 4 ਕਰਮ ਤੂੰ ਕਰ ਜ਼ਰੂਰ,
ਪਰ ਇਹਨਾਂ ਦੇ ਨਾਲ ਚੇਤੇ ਰੱਖੀ, ਇਹ ਕੀਤੇ ਤਾਂ ਹੀ ਜਾਣੇ ਨੇ ਜੇ ਕਿਰਪਾ ਗੁਰੂ ਦੀ ਹੋਵੇ। ਜੇ ਤੇਰੇ ਭਾਗਾਂ ਵਿੱਚ ਨਹੀਂ ਤੇ ਕਿਰਪਾ ਹੋਵੇ। ਔਰ ਸਤਿਗੁਰੂ ਜੀ ਦੇ ਪਾਵਨ ਬਚਨ ਕਹੇ ਨੇ ਕਿ ਬਿਨ ਭਾਗਾ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਨਾਮ ਜਿਹੜਾ ਹੈ ਉਹ ਭਾਗਾਂ ਤੋਂ ਬਿਨਾਂ ਜਪਿਆ ਵੀ ਨਹੀਂ ਜਾ ਸਕਦਾ। ਤੇ ਸਤਿਗੁਰੂ ਜੀ ਉੱਥੇ ਕਿਰਪਾ ਕਰਕੇ ਸਮਝਾਇਆ, ਕਹਿੰਦੇ 4 ਕਰਮ ਤੂੰ ਕਰ। ਧਿਆਨ ਦੇ ਵਿੱਚ ਟਿਕਾ, ਜੀਭ ਦੇ ਨਾਲ ਉਹਨੂੰ ਜਪਦਾ ਰਹੋ, ਅੱਖਾਂ ਦੇ ਨਾਲ ਵੇਖ, ਕੰਨਾਂ ਦੇ ਨਾਲ ਸੁਣ, ਵੀ ਕਿਸੇ ਵੀ ਤਰੀਕੇ ਉਹ ਤੇਰੇ ਅੰਦਰ ਵਸ ਜਾਏ। ਔਰ ਸਮਝਾਇਆ ਮਨ ਨੂੰ, ਕਹਿੰਦੇ ਅੰਤਰ ਗੁਰ ਆਰਾਧਨਾ, ਜਿਹਬਾ ਜਪ ਗੁਰ ਨਾਉ। ਨੇਤਰੇ ਸਤਿਗੁਰ ਪੇਖਣਾ, ਸਰਵਣੀ ਸੁਨਾ ਗੁਰ ਨਾਉ। ਜਪ ਕੇ, ਧਿਆ ਕੇ, ਵੇਖ ਕੇ, ਸੁਣ ਕੇ ਹੋਏਗਾ ਕੀ। ਤੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਸਤਿਗੁਰ ਸਿੱਤੀ ਰਤਿਆ, ਦਰਗਹਿ ਪਾਈਐ ਠਾਉ। ਰੱਬ ਦੇ ਘਰ ਵਿੱਚ, ਉਹਦੀ ਦਰਗਾਹ ਦੇ ਵਿੱਚ ਬੈਠਣ ਵਾਸਤੇ ਥਾਂ ਮਿਲ ਜਾਏਗੀ ਭਾਈ। ਤੇ ਐਸੇ ਗੁਰੂ ਤੋਂ ਫਿਰ ਬਲਿਹਾਰ ਜਾਈਏ, ਜਿਹੜਾ ਨਾਮ ਸਾਨੂੰ ਜਪਣ ਲਈ ਪ੍ਰੇਰਨਾ ਕਰਦਾ ਹੈ, ਜਿਹੜਾ ਨਾਮ ਬਖਸ਼ਦਾ ਹੈ। ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ। ਇਹ ਨਾਮ ਦੀ ਵੱਥ, ਨਾਮ ਦੀ ਵਸਤੂ ਵੀ ਜਿਹਨੂੰ ਉਹ ਦੇਵੇ, ਕਿਰਪਾ ਕਰਕੇ ਦੇਵੇ, ਉਹਦੀ ਕਿਰਪਾ ਤੋਂ ਬਿਨਾਂ ਨਹੀਂ। ਔਰ ਸਤਿਗੁਰੂ ਕਹਿੰਦੇ ਨੇ, ਜਗ ਮੈਂ ਉੱਤਮ ਕਾਢੀਐ, ਵਿਰਲੇ ਕੇ। ਤੇ ਉਹ ਉੱਚੇ ਗਿਣੇ ਜਾਂਦੇ ਨੇ, ਉੱਤਮ ਗਿਣੇ ਜਾਂਦੇ ਨੇ, ਜਿਹੜੇ ਕਿਰਪਾ ਗੁਰੂ ਦੀ ਨੂੰ ਪ੍ਰਾਪਤ ਕਰ ਲੈਂਦੇ ਨੇ। ਪਰ ਹੈ ਗੁਰੂ ਸਾਹਿਬ ਜੀ ਕਹਿੰਦੇ ਵਿਰਲੇ ਵਿਰਲੇ। ਇੱਥੇ ਗੁਰੂ ਸਾਹਿਬ ਜੀ ਸਮਝਾਉਂਦੇ ਨੇ ਔਰ ਮਨ ਨੂੰ ਸਮਝਾਉਂਦੇ ਨੇ, ਮਨਾ ਦੇਖ, ਜੇ ਤੂੰ ਚਾਹੁੰਦਾ ਹੈ ਕਿ ਸਦੀਵੀ ਸੁੱਖ ਮਿਲ ਜੇ, ਜੇ ਤੂੰ ਚਾਹੁੰਦਾ ਹੈ ਇਹ ਜਨਮ ਮਰਨ ਦਾ ਗੇੜ ਕੱਟਿਆ ਜਾਏ, ਜੇ ਤੂੰ ਚਾਹੁੰਦਾ ਹੈ ਕਿ ਦੁਨੀਆ ਦੇ ਪਦਾਰਥ ਵੀ ਮਿਲ ਜਾਣ, ਫਿਰ ਆਪਣੇ ਵੱਲੋਂ ਯਤਨ ਕਰਕੇ ਉਹਨੂੰ ਧਿਆ। ਇਹ 4 ਤਰੀਕੇ ਤੇ ਦੱਸੇ। ਹੁਣ ਇੱਥੇ ਕਹਿੰਦੇ ਨੇ, ਇਹ ਮਨ ਹਰ ਜੇ ਧਿਆਏ ਤੂੰ। ਤੇ ਦੂਜੀ ਬੇਨਤੀ, ਸਮਝਾਉਣਾ ਮਨ ਨੂੰ ਹੈ, ਪੜ੍ਹਨ ਵਾਲੇ ਨੇ ਵੀ, ਸੁਣਨ ਵਾਲੇ ਨੇ ਵੀ, ਸੁਣਾਉਣ ਵਾਲੇ ਨੇ ਵੀ। ਪਰ ਆਦਤ ਸਾਡੀ ਜਿਹੜੀ ਹੈ ਉਹ ਬਿਲਕੁਲ ਇਸ ਤੋਂ ਉਲਟ ਹੈ। ਅਸੀਂ ਆਪ ਸਮਝਣ ਲਈ ਤਿਆਰ ਨਹੀਂ, ਆਪਣੇ ਮਨ ਨੂੰ ਸਮਝਾਉਣ ਲਈ ਬਿਲਕੁਲ ਤਿਆਰ ਨਹੀਂ। ਪਰ ਸਾਡਾ ਜ਼ੋਰ ਇਹ ਲੱਗਾ ਕਿ ਦੂਜੇ ਬੰਦੇ ਨੂੰ ਸਮਝਾ ਕੇ ਛੱਡਣਾ, ਭਾਵੇਂ ਅਗਲਾ ਸਮਝਣਾ ਚਾਹੁੰਦਾ ਹੈ ਜਾਂ ਭਾਵੇਂ ਨਹੀਂ, ਪਰ ਉਹਨੂੰ ਸਮਝਾ ਕੇ ਛੱਡਣਾ ਹੈ। ਤੇ ਬਾਬਾ ਕਬੀਰ ਜੀ ਨੇ ਇੱਕ ਪਾਵਨ ਬਚਨ ਕਿਹਾ ਹੈ ਵੀ ਜੇ ਤੂੰ ਆਪਣੇ ਆਪ ਨੂੰ ਨਹੀਂ ਨਾ ਸਮਝਾ ਸਕਿਆ, ਤੇ ਫਿਰ ਦੂਜਿਆਂ ਨੂੰ ਜਿੰਨੇ ਮਰਜ਼ੀ ਉਪਦੇਸ਼ ਦੇ, ਜਿੰਨਾ ਮਰਜ਼ੀ ਸਮਝਾਉਣ ਦਾ ਯਤਨ ਕਰ, ਫਿਰ ਤੇ ਗੱਲ ਉਵੇਂ ਦੀ ਹੈ ਕਿ ਦੂਜਿਆਂ ਨੂੰ ਤੇ ਖੰਡ ਵੰਡਦਾ ਫਿਰੇ ਕਿ ਆ ਲੋ ਜੀ ਮੂੰਹ ਮਿੱਠਾ ਕਰੋ, ਤੇ ਆਪਣੇ ਮੂੰਹ 'ਚ ਰੇਤ ਹੀ ਪਾਉਂਦਾ ਫਿਰੇ। ਕਿ ਦੂਜਿਆਂ ਨੂੰ ਕਹੀ ਜਾਣਾ ਕਿ ਜਪੋ, ਨਿਤਨੇਮ ਕਰੋ, ਅੰਮ੍ਰਿਤ ਵੇਲੇ ਉੱਠੋ, ਆਪ ਭਾਵੇਂ ਕਦੇ ਨਾ ਉੱਠਿਆ ਹੋਵੇ, ਕਦੇ ਨਾ ਜਪਿਆ ਹੋਵੇ, ਕਦੇ ਨਿਤਨੇਮ ਨਾ ਕੀਤਾ ਹੋਵੇ। ਤੇ ਬਾਬਾ ਕਬੀਰ ਜੀ ਨੂੰ ਉੱਥੇ ਸਮਝਾਇਆ, ਕਹਿੰਦੇ ਕਬੀਰ ਅਵਰੈ ਕੋ ਉਪਦੇਸ਼ ਤੇ, ਮੁਖ ਮੈਂ ਪਰ ਹੈ ਰੇਤ। ਮੁਖ 'ਚ ਰੇਤ ਕਿਵੇਂ ਪੈ ਜਾਂਦੀ ਹੈ ਜੀ? ਹੁਣ ਇਹ ਭਾਵਰਥੀ ਹੈ ਨਾ, ਰੇਤ ਮੁਖ ਦੇ ਵਿੱਚ ਪੈਂਦੀ ਕਿਵੇਂ ਹੈ? ਕਹਿੰਦੇ ਰਾਸ ਬਰਾਨੇ ਰਾਖ ਤੇ, ਖਾਇਆ ਘਰ ਕਾ ਖੇਤ। ਵੀ ਬਗਾਨੇ ਖੇਤਾਂ ਦੀ ਤੇ ਰਾਖੀ ਕਰਦਾ ਰਿਹਾ, ਹੋ ਸਕਦਾ ਉਹਦੀ ਖੇਤੀ ਦੇ ਕਿਤੇ ਬਚ ਜੇ, ਜਿਹਨੂੰ ਤੂੰ ਉਪਦੇਸ਼ ਦਿੰਦਾ। ਹੋ ਸਕਦਾ ਤੇਰਾ ਹੀ ਉਪਦੇਸ਼ ਸੁਣ ਕੇ ਉਹ ਮੰਨ ਲਵੇ, ਉਹਦੀ ਖੇਤੀ ਬਚ ਜੇ। ਪਰ ਤੇਰੀ ਤੇ ਇਹ ਜਿਹੜੀ ਸਵਾਸਾਂ ਰੂਪੀ ਖੇਤੀ ਹੈ ਤੇ ਉੱਜੜ ਗਈ। ਇਹਦੇ ਮੂੰਹ ਦੇ ਵਿੱਚ ਰੇਤ ਹੀ ਪੈਣ ਵਾਲਾ ਕੰਮ ਹੈ ਨਾ। ਔਰ ਉੱਥੇ ਬਾਬਾ ਕਬੀਰ ਜੀ ਨੂੰ ਪਾਵਨ ਬਚਨ ਕਹੇ ਨੇ, ਕਹਿੰਦੇ ਹੋਰਾਂ ਨੂੰ ਉਪਦੇਸ਼ ਦੇਣਾ ਤੇ ਆਪ ਨਾ ਕਮਾਉਣਾ। ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਾਵਨ ਬੇਅੰਤ ਬਚਨ ਜਿਹੜੇ ਨੇ ਬੇਨਤੀ ਵਰੀ ਆਏ ਨੇ। ਕਹਿੰਦੇ ਅਵਰ ਉਪਦੇਸ਼ੈ ਆਪ ਨਾ ਕਮਾਵੇ। ਦੂਜਿਆਂ ਨੂੰ ਉਪਦੇਸ਼ ਕਰੀ ਜਾਂਦਾ ਪਰ ਆਪ ਕਮਾਉਂਦਾ ਨਹੀਂ, ਤਾਂ ਉਹਦੀ ਹਾਲਤ ਕੀ ਹੁੰਦੀ ਹੈ ਜੀ? ਕਹਿੰਦੇ ਆਵਤ ਜਾਵਤ ਜਨਮ ਮਰੈ, ਆਉਣਾ ਜਾਣਾ ਉਹਦਾ ਲੱਗਿਆ ਰਹਿੰਦਾ ਹੈ। ਦੂਜਿਆਂ ਨੂੰ ਉਪਦੇਸ਼ ਦਿੰਦਾ ਹੈ, ਆਪ ਕਮਾਉਂਦਾ ਨਹੀਂ। ਹਾਲਤ ਇਵੇਂ ਦੀ ਹੈ ਕਿ ਜਿਵੇਂ ਇੱਕ ਪੰਡਤ ਜੀ ਨੇ ਮੰਦਰ ਵਿੱਚ ਕੀਤੀ ਕਥਾ। ਦੇਖੋ ਫਿਰ ਬੇਨਤੀ ਕਰ ਦਿਓ, ਪੰਡਤ ਹੋਵੇ, ਮੰਦਰ 'ਚ ਕਥਾ ਕਰਨ ਵਾਲਾ ਹੋਵੇ, ਗੁਰਦੁਆਰੇ ਕਰਨ ਵਾਲਾ ਹੋਵੇ, ਕਿਸੇ ਮਸਜਿਦ ਦੇ ਵਿੱਚ ਕਰਨ ਵਾਲਾ ਹੋਵੇ,
ये समझाया गुरु साहब जी ने सब नहीं है कि कथा करने वाले ने कथा की और कथा दे विच कह दिता शूद्र के हथ का खाना नहीं। बैंगण की सब्जी ये जी कदे नहीं खानी चाहिए। हुण कथा करके उत्थे घर आ गया, पर उनके घर वाले ने भी कथा सुनी। जदों आके मंजा सामने देखा कि मंजा घर में पिया कोई नहीं, नज़र भी नहीं आ रहा। पूछा कि मंजा कोई, और घर वाले ने कहा कि मंजा तो मैं बाहर सुटता। क्यों? तुसीं कहा सी शूद्र का हथ लग्या होवे तो खा नहीं सकते, शूद्र के हथ की कोई चीज़ लैनी नहीं चाहिए। पर मंजा जिंदे तो बनवाया वो तो लोग उन्होंने शूद्र कहते हैं। मत्थे ते हथ मारे, कहते पानी का गिलास पिया दे, कहते गिलास भी बाहर सुट दिते, घड़ा भी बाहर सुट दिता। घड़ा बनाने वाला घुमियार है और कोई बहुत उच्ची जात का तुहानूं कहते नहीं। घर में घड़ा भी नहीं रहा, फिर रोटी लै कहते आटा भी बाहर सुट दिता, क्योंकि वह भी जिहड़ा जिंदे तो पिया के लिया है तो वह भी शूद्र। कल्ली सब्जी दे दे, सब्जी तो बनाई होनी, बैंगन लिया के दिते सन, कहते तुसीं आप गया सी बैंगन खाने नहीं चाहिए। और हथ मार के कहता एवं तो मर जाएंगे भुखे, कथा अपने वास्ते थोड़ी है तो लोगों वास्ते है। सतगुरु जी ने कृपा की भाई, नहीं ये लोगों नूं नहीं, गुरु की बाणी है अपने मन नूं समझाउण वास्ते, अपने आप नहीं समझण वास्ते। तो जे केवल दूजे नूं समझाएगा फिर तो मूँह दे विच रेत पैण वाली काम है। इत्थे धन गुरु अमरदास महाराज जी कृपा करते हैं और मन नूं समझाउंदे होया कहंदे ने, ये मन हर जी ध्याए तू, एक मन एक चित भाए। भी उन्होंने ध्या ते ध्याउणा भी किवें, कहंदे एक मन हो के। क्योंकि धन गुरु कलगीधर पातशाह जी वचन आप पढ़ने, जिन्हां ने कदे मन एक हो गया ना, चित्त जुड़ गया, तो फिर जरूरी नहीं कि 2-2.5 घंटे बैठेंगे तो ताई गल बनेगी। गुरु साहब जी तो कहते हैं एक चित जे एक छिन ध्यायो, पूरे घंटिया बदे या लगातार ये जीभ नाल बोल बोल के मूँह नाल जपना इसे करके है कि वो एक छिन साडी जिंदगी विच कदे आ जाए। सतगुरु कहते हैं चित्त जुड़ गया जदों, एक छिन भी जिन्हें जप लिया ना, निमख मात्र भी। एक चित जे एक छिन ध्यायो, काल फास के बीच ना आयो। वो तो जन्म मरण के चक्कर च ही नहीं आंदा, समझाउणा मन नूं है। देखो बाबा नामदेव जी का एक पावन बचन है, कहते त्रिलोचन जी मेरे मित्र ने, और त्रिलोचन जी ने सवाल कर दिता नामदेव नूं भी नामदेव उवें तो रब दीयां गल्लां तूं बड़ियां सुनाउंदा कि रब इवें है, रब इवें है, रब ये कुछ कर सकता है, जो कुछ ना हो सके रब वो भी कर सकता है। पर मैनूं लगदा नहीं कि तू कदे रब नूं जपदा भी होवेगा, क्योंकि समझाया तो सानूं इहदा मतलब ये नहीं कि भगत त्रिलोचन जी नूं पता ही नहीं सी। हुण उत्थे भगत त्रिलोचन जी ने सवाल किया, मैं तो तेनों कदे देखिया ही नहीं कि जपदा होवे, क्योंकि उन्होंने लगता सी चौंकड़ा मार के कदे बहिंदा नहीं, अखां कदे बंद नहीं कीतियां, सारा दिन कामां दे विच लग्या है और रजाई दे छाड़े बनाउंदा रहिंदा, छापदा रहिंदा है। वो पावन बचन आप जी नूं चेते भी हो गए होणगे। कहते नामा कहत लोचना, एक तो भगत नामदेव ने कुछ इस सवाल का जवाब दिता कि देखो वो जड़ा रब का नाम जपना है जां उन्होंने ध्याउणा है, वो हत्थां पैरां नाल थोड़ी जपना है, हत्थां पैरां नाल ते काम करना है। नामा कहत लोचना मुक्ते राम समाल, हाथ पाँव कर काम सब चीत निरंजन नाल। उन्होंने तो जपना बस चित्त दे विच वसा के रखना है, जपन का भाव दे को चित्त विच वस जाए और जपना इसे करके वस जाए। इत्थे सतगुरु जी कृपा करके मन नूं समझा के कहते ने मना ध्या और एक चित हो के ध्या। ये मन हर जे ध्याए तू, एक मन एक चित भाए, ते एक चित हो के जपना जां ध्याउणा क्यों है। कहते कदे ध्या के वेख,
ਹਰ ਕੀਆਂ ਸਦਾ ਸਦਾ ਵਡਿਆਈਆਂ, ਉਹਦੀਆਂ ਇੰਨੀਆਂ ਵੱਡੀਆਂ ਵਡਿਆਈਆਂ ਨੇ, ਸਦਾ ਹੀ ਕਰਦਾ ਰਹੇ ਤੇ ਮੁੱਕਦੀਆਂ ਨਹੀਂ। ਤੇ ਵਡਿਆਈਆਂ ਕਿਉਂ ਨੇ ਜੀ? ਕਹਿੰਦੇ ਦੇ ਨਾ ਪਛੋਤਾਏ, ਉਹ ਜੀਵਾਂ ਨੂੰ ਇੰਨੀਆਂ ਦਾਤਾਂ ਦਿੰਦਾ ਹੈ, ਉਹਨਾਂ ਦਾਤਾਂ ਨੂੰ ਭਾਵੇਂ ਕੋਈ ਸਿੱਧੇ ਰਾਹੇ ਸਿੱਧੇ ਕੰਮ 'ਚ ਵਰਤੇ ਤੇ ਭਾਵੇਂ ਪੁੱਠੇ 'ਚ ਵਰਤੇ, ਪਰ ਦਾਤਾ ਹੀ ਇੱਦਾਂ ਵੱਡਾ ਹੈ, ਉਹ ਦੇ ਕੇ ਪਛਤਾਉਂਦਾ ਨਹੀਂ। ਦੇਖੋ ਅਸੀਂ ਕਈ ਵਾਰੀ ਪਛਤਾ ਲੈਂਦੇ ਕਿ ਦਿੱਤਾ ਕਿਹਨੂੰ ਨੇ, ਲਾ ਕਿੱਥੇ ਦਿੱਤਾ। ਪਹਿਲੀ ਗੱਲ ਤੇ ਦੇਣ ਵਾਲੀ ਜਿਹੜੀ ਉਹ ਕਹਾਣੀ ਤਕਰੀਬਨ ਖਤਮ ਹੋ ਗਈ। ਕੋਈ ਵਿਰਲਾ ਟਾਵਾ ਜਿਹਨੂੰ ਦਸਵੰਧ ਦਾ ਅੱਜ ਪਤਾ ਹੈ ਦਸਵੰਧ ਕੱਢਣਾ ਹੈ, ਤੇ ਜੇ ਦੇ ਦਿੱਤਾ ਮੁੜ ਕੇ ਪਛਤਾਵਾ ਕਿ ਪਤਾ ਨਹੀਂ ਜਿਹੜੇ ਕੰਮ ਲਈ ਦਿੱਤਾ ਉਸ ਕੰਮ 'ਚ ਲਾਇਆ ਵੀ ਕਿ ਨਹੀਂ। ਤੇ ਜੇ ਤੇ ਪਤਾ ਹੀ ਲੱਗ ਜਾਏ ਕਿ ਉਹਨੇ ਲਾਏ ਗਲਤ ਕੰਮ 'ਚ ਦਿੱਤਾ ਹੈ, ਫਿਰ ਪਛਤਾਵਾ ਖਤਮ ਨਹੀਂ ਹੁੰਦਾ। ਪਰ ਰੱਬ ਦੀ ਵਡਿਆਈ ਐਸੀ ਹੈ, ਉਹ ਨਾ ਤੇ ਦੇ ਕੇ ਪਛਤਾਉਂਦਾ ਹੈ ਤੇ ਨਾ ਹੀ ਮੰਗਣ ਵਾਲੇ ਦੇ ਵਿੱਚ ਫਰਕ ਰੱਖਦਾ ਕਿ ਕੰਮ ਪੁੱਠੇ ਕਰਦਾ ਜਿਸ ਦੇ। ਔਰ ਗੁਰੂ ਸਾਹਿਬ ਨੇ ਪਾਵਨ ਬਚਨ ਕਹੇ ਨੇ, ਉਹ ਸਾਡੇ ਅੰਦਰ ਦੀਆਂ ਸਾਰੀਆਂ ਕਰਤੂਤਾਂ ਨੂੰ ਜਾਣਦਾ ਵੀ ਹੈ। ਦੋਖਣ ਦੇਖਤ ਹੈ ਪਰ ਦੇਤ ਨਹਾਰੇ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਪਾਵਨ ਬਚਨ ਨਿਤਨੇਮ ਦੀਆਂ ਬਾਣੀਆਂ ਸਵਈਆਂ ਦੇ ਵਿੱਚ ਰੋਜ਼ ਪੜ੍ਹਦੇ ਹਾਂ ਕਿ ਸਾਡੇ ਅਵਗੁਣਾਂ ਨੂੰ ਜਾਣਦਾ ਵੀ ਪਰ ਫਿਰ ਵੀ ਨਹੀਂ ਦਿੰਦਾ, ਕਿਉਂਕਿ ਦਾਤਾ ਵੱਡਾ ਹੈ ਨਾ, ਸਮਰੱਥ ਹੈ। ਔਰ ਸਤਿਗੁਰੂ ਕਹਿੰਦੇ ਨੇ ਉਹਦੀਆਂ ਏਡੀਆਂ ਵੱਡੀਆਂ ਵਡਿਆਈਆਂ ਨੇ ਭਾਈ, ਇੱਕ ਮਨ ਹੋ ਕੇ ਇੱਕ ਚਿੱਤ ਹੋ ਕੇ ਉਹਨੂੰ ਧਿਆਇਆ ਕਰ, ਉਹਦੀਆਂ ਵਡਿਆਈਆਂ ਕਰਿਆ ਕਰ। ਹਉ ਹਰ ਕੈ ਸਦ ਬਲਿਹਾਰਣੈ, ਜਿਤ ਸੇਵਿਐ ਸੁਖ ਪਾਏ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਮੈਂ ਤੂੰ ਉਸ ਰੱਬ ਤੇ ਗੁਰੂ ਤੋਂ ਸਦਾ ਬਲਿਹਾਰ ਹੀ ਜਾਨਾ ਕਿ ਜਿਹਨੂੰ ਸੇਵ ਕੇ, ਜਿਹਦਾ ਸਿਮਰਨ ਕਰਕੇ ਸਦੀਵੀ ਸੁੱਖ ਮਿਲਦਾ ਹੈ। ਹਉ ਹਰ ਕੈ ਸਦ ਬਲਿਹਾਰਣੈ, ਜਿਤ ਸੇਵਿਐ ਸੁਖ ਪਾਏ। ਔਰ ਗੁਰੂ ਸਾਹਿਬ ਦੇ ਨਾਲ ਪਾਵਨ ਬਚਨ ਇਹ ਵੀ ਕਹੇ ਨੇ ਕਿ ਜਿਹਨੂੰ ਸਿਮਰ ਕੇ, ਜਿਹਦੀ ਸੇਵਾ ਕਰਕੇ ਸੁੱਖ ਮਿਲਦਾ ਹੈ, ਤੇ ਭਾਈ ਫਿਰ ਸੇਵਾ ਵੀ ਉਹਦੀ ਕਰੀ। ਔਰ ਕਿਹਦੀ ਸੇਵਾ ਕਰਨੀ? ਗੁਰੂ ਸਾਹਿਬ ਜੀ ਕਹਿੰਦੇ ਨੇ ਗੁਰ ਕੇ ਟਹਿਲ ਗੁਰੂ ਕੀ ਸੇਵਾ, ਗੁਰ ਕੇ ਆਗਿਆ ਭਾਨੀ। ਕਹੋ ਨਾਨਕ ਜਿਨ ਜਮ ਤੇ ਕਾਢੇ, ਤਿਸ ਗੁਰ ਕੈ ਕੁਰਬਾਨੀ। ਉਸ ਗੁਰੂ ਤੋਂ ਕੁਰਬਾਨ ਜਾਈਏ ਜਿਨ੍ਹਾਂ ਨੇ ਜਮਾਂ ਦੀ ਫਾਹੀਆਂ ਵਿੱਚੋਂ ਬਚਾ ਲਿਆ, ਉਸ ਗੁਰੂ ਦੀ ਸੇਵਾ ਕਰ। ਹਉ ਹਰ ਕੈ ਸਦ ਬਲਿਹਾਰਣੈ, ਜਿਤ ਸੇਵਿਆ ਸੁਖ ਪਾਏ। ਔਰ ਗੁਰੂ ਸਾਹਿਬ ਜੀ ਨਾਲ ਹੀ ਸਮਝਾਉਂਦੇ ਨੇ, ਗੁਰੂ ਕੀ ਸਿੱਖਿਆ ਦੇਖ, ਸੇਵਾ ਪੂਰੇ ਗੁਰੂ ਦੀ ਕਰੀ, ਸਿਮਰਨ ਪੂਰੇ ਗੁਰੂ ਦਾ ਕਰੀ। ਤੇ ਜੇ ਦੂਜਿਆਂ ਦੇ ਕਹੇ ਜਾਂ ਦੂਜਿਆਂ ਦੇ ਪਿੱਛੇ ਲੱਗ ਗਿਆ ਨਾ, ਉਹ ਸੇਵਾ ਦਾ ਲਾਭ ਕੋਈ ਨਹੀਂ, ਉਹ ਸਿਮਰਨ ਦਾ ਲਾਭ ਕੋਈ ਨਹੀਂ। ਜੇ ਜਮਾਂ ਦਾ ਡਰ ਫਿਰ ਵੀ ਤੇਰੇ ਅੰਦਰ ਬੈਠਾ ਰਹੇ ਕਿ ਅੱਗੇ ਜਾ ਕੇ ਲੇਖਾ ਦੇਣਾ ਪਏਗਾ ਜੀ, ਕਿਵੇਂ ਛੁੱਟਾਂਗੇ ਜੀ, ਕਿਵੇਂ ਬਚਾਂਗੇ ਜੀ। ਸਤਿਗੁਰੂ ਜੀ ਨੇ ਸਮਝਾਇਆ ਪਈ ਉਹਦਾ ਸਿਮਰਨ ਕਰ, ਜਿਹਨੂੰ ਸਿਮਰ ਕੇ ਸਦੀਵੀ ਸੁੱਖ ਮਿਲਦਾ, ਫਿਰ ਚਿੰਤਾਵਾਂ ਖਤਮ ਹੋ ਜਾਂਦੀਆਂ ਨੇ। ਔਰ ਪਾਵਨ ਬਚਨ ਕਹੇ, ਕਹਿੰਦੇ ਜਿਸ ਕੇ ਸੇਵਾ ਕੀਤੀ ਫਿਰ ਲੇਖਾ ਮੰਗੀਐ। ਔਰ ਦੇਹਧਾਰੀ ਨਾਲੇ ਕਹਿੰਦੇ ਨੇ ਲੇਖਾ ਮੰਗਿਆ ਜਾਂਦਾ, ਦੇਣਾ ਪੈਣਾ ਹੈ। ਨਾਲੇ ਉਹਨਾਂ ਦੇ ਡੇਰਿਆਂ ਤੇ ਭੀੜ ਬੜੀ ਹੈ। ਗੁਰੂ ਸਾਹਿਬ ਜੀ ਕਹਿੰਦੇ ਤੇ ਕੰਮ ਫਿਰ ਔਖਾ ਹੈ ਨਾ ਭਾਈ, ਵੀ ਸੇਵਾ ਵੀ ਕਰੀ ਜਾਓ, ਲੇਖਾ ਫਿਰ ਦੇਣਾ ਪਏ। ਕਹਿੰਦੇ ਉਹ ਸੇਵਾ ਔਖੀ ਹੈ ਜਿਸ ਸੇ ਕਿ ਸੇਵਾ ਕੀਤੀ ਫਿਰ ਲੇਖਾ ਮੰਗੀਏ। ਸਾ ਸੇਵਾ ਔਖੀ ਹੋਈ, ਫਿਰ ਸੇਵਾ ਕਰੀਏ ਕਿੰਦੀ ਜੀ। ਕਹਿੰਦੇ ਨਾਨਕ ਸੇਵਾ ਕਰੋ ਹਰ ਗੁਰ ਸਫਲ ਦਰਸ਼ਨ ਕੇ, ਫਿਰ ਲੇਖਾ ਮੰਗੇ ਨਾ ਕੋਈ। ਉੱਥੇ ਤੇ ਲੇਖਾ ਰਹਿੰਦਾ ਕੋਈ ਨਹੀਂ, ਲੇਖਾ ਮੰਗਦਾ ਕੋਈ ਨਹੀਂ। ਉੱਥੇ ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਧਰਮ ਰਾਏ ਦਰ ਕਾਗਦ ਫਾਰੇ। ਤੇ ਕਿਉਂ ਫਾੜ ਦਿੱਤੇ? ਕਿਉਂਕਿ ਜਿੰਦੀ ਸੇਵਾ ਕੀਤੀ ਨਾ ਉਹਨੇ ਲੇਖਾ ਆਪੇ ਸਮਝ ਲਿਆ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਹੁਣ ਸਤਿਗੁਰੂ ਕਹਿੰਦੇ ਨੇ ਐਸੇ ਗੁਰੂ ਤੋਂ ਬਲਿਹਾਰ ਜਾਈਏ ਭਾਈ, ਜਿੰਦਾ ਸੇਵਾ ਕੀਤਿਆਂ, ਜਿੰਦਾ ਸਿਮਰਨ ਕੀਤਿਆਂ ਸਦੀਵੀ ਸੁੱਖ ਮਿਲਦਾ ਹੈ। ਨਾਨਕ ਗੁਰਮੁਖ ਮਿਲ ਰਹਾ ਹੁਣ ਮੈਂ ਸ਼ਬਦ ਜਲਾਏ। ਉਹਦੀ ਸੇਵਾ ਦਾ ਫਲ ਮਿਲਦਾ ਹੈ ਕਿ ਸੇਵਾ ਸਿਮਰਨ ਕਰਨ ਵਾਲਾ ਗੁਰਮੁਖ ਹੋ ਕੇ ਗੁਰੂ ਦੇ ਸ਼ਬਦ ਦੇ ਰਾਹੀਂ ਗੁਰੂ ਦੇ ਵਿੱਚ ਮਿਲ ਕੇ ਰਹਿੰਦਾ ਹੈ।
ਨਾਨਕ ਗੁਰਮੁਖ ਮਿਲ ਰਹਿ, ਹਉਮੈ ਸ਼ਬਦ ਜਲਾਏ। ਗੁਰੂ ਦੇ ਸ਼ਬਦ ਦੇ ਰਾਹੀਂ ਅੰਦਰੋਂ ਮੈਂ ਕੱਢ ਹੀ ਦਿੱਤੀ, ਆਪਣੀ ਸਰੀਰ ਵਾਲੇ ਵੀ ਹਉਮੈ ਗਵਾ ਦਿੱਤੀ ਕਿ ਮੈਂ ਸਰੀਰ ਹਾਂ। ਉਹ ਗੁਰੂ ਦੇ ਨਾਲ ਮਿਲ ਕੇ ਰਹਿੰਦਾ ਹੈ। ਮਹੱਲਾ ਤੀਜਾ, ਆਪੇ ਸੇਵਾ ਲਾਇਣ ਆਪੇ ਬਖਸ਼ ਕਰੇ। ਔਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕੇ ਫਿਰ ਕਿਰਪਾ ਕਰਦੇ ਨੇ ਕਿ ਅਸਲ ਵਿੱਚ ਸੇਵਾ ਵੀ ਜਦੋਂ ਉਹ ਹੀ ਕਿਰਪਾ ਕਰੇ, ਆਪ ਹੀ ਲਾਉਂਦਾ ਹੈ, ਆਪ ਹੀ ਸਭ ਤੇ ਬਖਸ਼ਿਸ਼ ਕਰਦਾ ਹੈ। ਆਪੇ ਸੇਵਾ ਲਾਇਣ ਆਪੇ ਬਖਸ਼ ਕਰੇ, ਸਭਨਾ ਕਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ। ਪਰ ਇਹ ਗੱਲ ਕਹੀ ਉਦੋਂ ਜਾ ਸਕਦੀ ਜਦੋਂ ਪੂਰਾ ਭਰੋਸਾ ਬਣ ਜਾਏ, ਕਿਉਂਕਿ ਅੱਖਰਾਂ ਦੇ ਨਾਲ ਕਹਿਣਾ, ਜ਼ਬਾਨ ਦੇ ਨਾਲ ਕਹਿਣਾ ਕੁਝ ਹੋਰ ਹੈ। ਉਹ ਅਸੀਂ ਰੋਜ਼ ਪੜ੍ਹਦੇ ਹਾਂ। ਅਰਦਾਸ ਤੋਂ ਪਹਿਲੋਂ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪਾਵਨ ਬਚਨ ਅਸੀਂ ਪੜ੍ਹਦੇ ਹਾਂ ਕਿ ਸਾਡਾ ਮਾਂ ਵੀ ਤੂੰ, ਪਿਓ ਵੀ ਤੂੰ। ਪਰ ਕਿਮਾ ਕਰਨਾ ਕਿਤੇ ਨਾ ਕਿਤੇ ਮੰਨਦੇ ਨਹੀਂ, ਕਿਉਂਕਿ ਐਡਾ ਵੱਡਾ ਦਾਤਾ ਜਿਹਦਾ ਮਾਂ ਪਿਓ ਹੋਵੇ, ਫਿਰ ਉਹਨੂੰ ਕਦੇ ਕਿਸੇ ਦੇ ਕੋਲੋਂ ਮੰਗਣ ਦੀ ਲੋੜ ਪੈ ਸਕਦੀ ਹੈ ਜੀ। ਤੇ ਜੇ ਪੈਂਦੀ ਹੈ, ਜੇ ਹੋਰ ਪਾਸੇ ਜਾਂਦੇ ਦਾ ਮਤਲਬ ਸਿਰਫ ਅਸੀਂ ਜ਼ੁਬਾਨ ਨਾਲ ਪੜ੍ਹਦੇ ਹਾਂ। ਸਤਿਗੁਰੂ ਕਹਿੰਦੇ ਨੇ ਭਾਈ ਉਹ ਸਾਰਿਆਂ ਦਾ ਮਾਂ ਵੀ ਹੈ, ਸਾਰਿਆਂ ਦਾ ਪਿਓ ਵੀ ਹੈ, ਸਭ ਦੀ ਸਾਰ ਸੰਭਾਲ ਆਪ ਕਰਦਾ ਹੈ। ਨਾਨਕ ਨਾਮ ਧਿਆਇਣ ਤਿਨ ਨਿਜ ਘਰ ਵਾਸ ਹੈ, ਜੁਗ ਜੁਗ ਸੋਭਾ ਹੋਏ। ਜੇ ਸਾਰਿਆਂ ਦਾ ਮਾਂ ਪਿਓ ਹੈ, ਸਾਰਿਆਂ ਦੀ ਸੰਭਾਲ ਕਰਦਾ, ਰਹਿੰਦਾ ਕਿੱਥੇ ਹੈ? ਧੰਨ ਗੁਰੂ ਅਮਰਦਾਸ ਜੀ ਦੂਸਰੇ ਸ਼ਲੋਕ ਦੇ ਅਖੀਰ ਦੀ ਪੰਕਤੀ 'ਚ ਕਹਿੰਦੇ ਨੇ ਭਾਈ ਉਹ ਤਾਂ ਜਿਨ੍ਹਾਂ ਨੇ ਧਿਆਇਆ ਹੈ ਨਾ ਇੱਕ ਮਨ ਹੋ ਕੇ, ਇਹ ਮਨ ਹਰ ਜੀ ਧਿਆਏ ਤੋਂ ਪਹਿਲਾਂ ਸੰਬੋਧਨ ਕੀਤਾ ਨਾ, ਕਹਿੰਦੇ ਜਿਨ੍ਹਾਂ ਨੇ ਇੱਕ ਮਨ ਹੋ ਕੇ ਧਿਆਇਆ ਹੈ ਉਹ ਹੈ ਤੇ ਸਭ ਦਾ ਮਾਂ ਪਿਓ, ਤੇ ਉਹਨਾਂ ਨੂੰ ਪਤਾ ਲੱਗਦਾ ਕਿ ਉਹ ਸਾਡੇ ਅੰਦਰ ਵਸਦਾ ਹੈ, ਉਹ ਸਾਡੇ ਹਿਰਦੇ ਘਰ ਵਿੱਚ ਹੈ। ਕਹਿੰਦੇ ਨਾਨਕ ਨਾਮ ਧਿਆਇਣ ਤਿਨ ਨਿਜ ਘਰ ਵਾਸ ਹੈ, ਉਹਨਾਂ ਨੂੰ ਅਹਿਸਾਸ ਹੈ ਕਿ ਸਾਡੇ ਹਿਰਦੇ ਘਰ ਵਿੱਚ ਹੈ। ਜੁਗ ਜੁਗ ਸੋਭਾ ਹੋਏ, ਤੇ ਜਿਨ੍ਹਾਂ ਨੂੰ ਇਹ ਅਹਿਸਾਸ ਸੱਚਮੁੱਚ ਹੋ ਗਿਆ, ਫਿਰ ਉਹਨਾਂ ਦੀ ਸੋਭਾ ਹਰ ਯੁੱਗ ਦੇ ਵਿੱਚ ਹੈ। ਔਰ ਗੁਰੂ ਸਾਹਿਬ ਜੀ ਨੇ ਪਾਵਨ ਬਚਨ ਕਹੇ ਨੇ ਕਿ ਉਹਨਾਂ ਦੀ ਸੋਭਾ ਨੂੰ ਫਿਰ ਮਿਟਾ ਕੋਈ ਨਹੀਂ ਸਕਦਾ। ਪੌੜੇ ਤੂੰ ਕਰਨ ਕਾਰਨ ਸਮਰੱਥ ਹੈ ਕਰਤੇ, ਮੈਂ ਤੁਝ ਬਿਨ ਅਵਰ ਨਾ ਕੋਈ। ਹੁਣ ਜਿੱਡਾ ਵੱਡਾ ਉਹ ਦਾਤਾ ਹੈ, ਗੁਰੂ ਸਾਹਿਬ ਜੀ ਕਹਿੰਦੇ ਨੇ ਸਭ ਕੁਛ ਕਰਨ, ਤੇ ਸਭ ਕੁਛ ਕਰਨ ਦਾ ਜਿਹੜਾ ਕਾਰਨ ਬਣਦਾ ਹੈ ਉਹ ਤੁਸੀਂ ਉਹਦੇ ਵਿੱਚ ਸਮਰੱਥ ਹੋ। ਦੇਖੋ ਰੱਬ ਪਰਮੇਸ਼ਰ ਇਹ ਕਹਿ ਲਈਏ ਕਿ 99% ਜਾਂ 99.99% ਜਾਂ ਇਸ ਤੋਂ ਵੀ ਜ਼ਿਆਦਾ ਲਾ ਲਈਏ 99.99%, ਜਦੋਂ ਰੋਜੀ ਰੋਟੀ ਕਿਸੇ ਨੂੰ ਵੀ ਦਿੰਦਾ ਹੈ, ਕੋਈ ਨਾ ਕੋਈ ਕਾਰਜ ਬਣਾਉਣਾ ਹੁੰਦਾ, ਕੋਈ ਨਾ ਕੋਈ ਕਾਰਨ ਫਿਰ ਬਣਾ ਕੇ ਕਰਦਾ ਹੈ। ਦੇਖੋ ਮੰਨ ਲਓ ਸੰਸਾਰਿਕ ਤੌਰ 'ਤੇ ਕਿਸੇ ਨੂੰ ਬਹੁਤ ਲੋੜ ਹੈ ਕਿ ਕਿਸੇ ਤਰ੍ਹਾਂ ਕੋਈ ਰੁਪਈਆ ਪੈਸਾ ਮਿਲ ਜਾਏ, ਮੰਗ ਕਿਸੇ ਤੋਂ ਸਕਦਾ ਨਹੀਂ, ਪਰ ਰੱਬ ਨੇ, ਪਰਮੇਸ਼ਰ ਨੇ ਕੋਈ ਨਾ ਕੋਈ ਵਿਉਂਤ ਬਣਾ ਦੇਣੀ, ਕੋਈ ਨਾ ਕੋਈ ਬੰਦਾ ਹੀ ਮਿਲਾ ਦੇਣਾ ਹੈ ਕਿ ਦੇਖ ਜੇ ਤੈਨੂੰ ਚਾਹੀਦਾ ਤੇ ਫਲਾਣੀ ਥਾਂ 'ਤੇ ਜਾ, ਲਾਉਣ ਚਾਹੀਦਾ ਤੇ ਕੋਈ ਨਹੀਂ ਗੱਲ ਸੁਣਦਾ, ਕੋਈ ਨਾ ਕੋਈ ਮਿਲ ਜਾਏ, ਕੋਈ ਨਾ ਕੋਈ ਕਾਰਨ ਬਣਾ ਦੇ ਕਿ ਇਹਨੂੰ ਮਿਲ, ਤੈਨੂੰ ਮਿਲ ਜਾਏਗਾ, ਤੇਰਾ ਕੰਮ ਬਣ ਜਾਏਗਾ। ਹੁਣ ਰੱਬ ਜਿਹੜੇ ਕਾਰਜ ਸਵਾਰਦਾ ਹੈ, ਇਹ ਕਹਿ ਲਈਏ ਕਿ 99.99% ਇਸੇ ਤਰ੍ਹਾਂ ਸਵਾਰਦਾ ਹੈ, ਪਰ ਜਦੋਂ ਕਿਰਪਾ ਦੇ ਘਰ ਵਿੱਚ ਆਏ ਤਾਂ ਫਿਰ ਸਿੱਧਾ ਵੀ ਆ ਕੇ ਸਵਾਰਦਾ ਹੈ। ਹੁਣ ਸਤਿਗੁਰੂ ਜੀ ਕਹਿੰਦੇ ਨੇ ਜਦੋਂ ਇਹ ਅਹਿਸਾਸ ਹੋ ਜਾਏ ਕਿ ਉਹ ਸਾਡੇ ਨਾਲ ਹੈ, ਤੇ ਸੱਚ ਜਾਣੋ ਫਿਰ ਉਹ ਕਾਰਨ ਵੀ ਬਣਾਉਣ ਵਾਲਾ ਆਪ ਹੈ, ਸਭ ਕੁਝ ਕਰਨ ਕਰਾਉਣ ਵਾਲਾ ਵੀ ਆਪ ਹੈ, ਤੇ ਉਹ ਸਿੱਧਾ ਵੀ ਕਰ ਸਕਦਾ, ਕਿਉਂਕਿ ਤੇਰੇ ਤੋਂ ਬਿਨਾਂ ਕੋਈ ਦੂਜਾ ਹੈ ਹੀ ਨਹੀਂ। ਤੁਝ ਬਿਨ ਅਵਰ ਨਾ ਕੋਈ, ਤੁਧ ਆਪੇ ਸ਼ਿਸ਼ਟ ਸਿਰਜਿਆ ਆਪੇ ਫੁਣ ਗੋਈ। ਇੱਥੇ ਗੋਈ ਦਾ ਅਰਥ ਨਾਸ ਕਰਨਾ, ਖਤਮ ਕਰ ਦੇਣਾ। ਇਹ ਰੱਬ ਜੀ ਇਸ ਸ੍ਰਿਸ਼ਟੀ ਨੂੰ ਤੁਸੀਂ ਆਪ ਹੀ ਬਣਾਇਆ, ਆਪ ਹੀ ਸਿਰਜਿਆ, ਤੇ ਆਪ ਹੀ ਇਹਨੂੰ ਖਤਮ ਕਰਨ ਵਾਲੇ ਹੋ, ਇਹਦਾ ਨਾਸ ਕਰਨ ਵਾਲੇ ਹੋ। ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਏ। ਇੱਥੇ ਸ਼ਬਦ ਦਾ ਅਰਥ ਹੁਕਮ ਹੈ।
ਸਭ ਇੱਕੋ ਸ਼ਬਦ ਵਰਤਦਾ, ਸਾਰਿਆਂ ਤੇ ਰੱਬ ਜੀ ਕੇਵਲ ਤੁਹਾਡਾ ਹੁਕਮ ਵਰਤਦਾ ਹੈ, ਕਿਉਂਕਿ ਜੋ ਕਰੇ ਸੋ ਹੋਈ ਹੋਣਾ, ਉਹ ਇਹ ਜੋ ਤੁਸੀਂ ਕਰਨਾ ਹੈ। ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ। ਕਹਿੰਦੇ ਨੇ ਰੱਬ ਗੁਰੂ ਪਰਮੇਸ਼ਰ ਉਹਨਾਂ ਗੁਰਮੁਖਾਂ ਨੂੰ ਵਡਿਆਈ ਬਖਸ਼ਦਾ ਹੈ। ਹਰ ਪਾਵੈ ਸੋਈ, ਜਿਹਨੇ ਗੁਰੂ ਦੀ ਕਿਰਪਾ ਨਾਲ ਹਰੀ ਪਰਮਾਤਮਾ ਨੂੰ ਪਾ ਲਿਆ, ਪ੍ਰਾਪਤ ਕਰ ਲਿਆ। ਤੇ ਪ੍ਰਾਪਤ ਕਰਨ ਦਾ ਮਤਲਬ ਹੈ ਕਿ ਅਹਿਸਾਸ ਹੋ ਗਿਆ ਕਿ ਉਹ ਸਭ ਦੇ ਵਿੱਚ ਹੈ, ਹਰ ਥਾਂ ਤੇ ਹੈ। ਅਖੀਰ ਤੇ ਧੰਨ ਗੁਰੂ ਰਾਮਦਾਸ ਜੀ ਨੇ ਫਿਰ ਕਿਰਪਾ ਕੀਤੀ। ਗੁਰਮੁਖ ਨਾਨਕ ਆਰਾਧਿਆ, ਸਭ ਆਖੋ ਧੰਨ ਧੰਨ, ਧੰਨ ਗੁਰ ਸੋਈ। ਗੁਰਮੁਖ ਜਿਹੜੇ ਗੁਰੂ ਦੇ ਸਨਮੁਖ ਹੋ ਕੇ ਚੱਲੇ, ਉਹਨਾਂ ਨੇ ਨਾਮ ਨੂੰ ਆਰਾਧਿਆ। ਪਹਿਲੋਂ ਸੰਬੋਧਨ ਕੀਤਾ ਕਿ ਇਹ ਮਨ ਹਰ ਜੀ ਧਿਆਏ ਤੂੰ। ਇੱਥੇ ਧੰਨ ਗੁਰੂ ਰਾਮਦਾਸ ਜੀ ਕਹਿੰਦੇ ਭਾਈ ਉਹਨਾਂ ਨੇ ਧਿਆਇਆ, ਉਹਨਾਂ ਨੇ ਆਰਾਧਿਆ, ਜਿਹੜੇ ਗੁਰੂ ਦੇ ਸਨਮੁਖ ਹੋ ਗਏ, ਗੁਰੂ ਦੇ ਸਾਹਮਣੇ ਹੋ ਗਏ। ਔਰ ਜਿਹੜੇ ਗੁਰੂ ਦੇ ਸਨਮੁਖ ਹੋ ਗਏ, ਫਿਰ ਗੁਰੂ ਸਾਹਿਬ ਜੀ ਕਹਿੰਦੇ ਨੇ ਉਹਨਾਂ ਨੂੰ ਵੀ ਆਖੋ ਧੰਨ ਧੰਨ, ਧੰਨ ਗੁਰ ਸੋਈ। ਉਹ ਜਪਣ ਵਾਲੇ ਵੀ ਧੰਨ, ਜਪਾਉਣ ਵਾਲਾ ਵੀ ਧੰਨ। ਉਹ ਗੁਰੂ ਨੂੰ ਧੰਨ ਕਹੋ ਜਿਹਨੇ ਇਹ ਕਿਰਪਾ ਕਰਕੇ ਨਾਮ ਦਿੱਤਾ। ਔਰ ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਗੁਰੂ ਆਇਆ ਹੀ ਸੰਸਾਰ ਦੇ ਅੰਦਰ ਅਸਲ ਵਿੱਚ ਧਿਆਉਣ ਵਾਸਤੇ ਤੇ ਜਪਾਉਣ ਵਾਸਤੇ ਹੈ। ਜਿਹੜੇ ਪਾਵਨ ਬਚਨ ਆਪਾਂ ਪੜ੍ਹਦੇ, ਧੰਨ 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 ਜਨੇ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਪਏ ਉਸ ਗੁਰੂ ਨੂੰ ਵੀ ਧੰਨ ਕਹੋ। ਹੋਈਆਂ ਭੁੱਲਾਂ ਦੀ ਖਿਮਾ। ਆਓ 1-2 ਮਿੰਟ ਹੋਰ ਰਸਨਾ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ।